सत श्री अकाल जी सारिਆਂ ਨੂੰ ਸਵਾਗਤ ਕਰਦੀ ਹਾਂ मैं ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪੰਜਾਬੀ ਸਾਹਿਤ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਦਾ ਮੌਕ ਟੈਸਟ ਜਿਹੜੇ ਵੀ ਸਟੂਡੈਂਟ ਫੋਰੈਸਟ ਗਾਰਡ ਵੀਡੀਓ PSSB ਕਲਰਕ ਐਕਸਾਈਜ਼ ਅਤੇ ਟੈਕਸ ਇੰਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਨੇ ਕਿ ਤੁਹਾਡੇ ਸਿਲੇਬਸ ਦੇ ਵਿੱਚ ਕਿੰਨਾ ਜ਼ਿਆਦਾ ਇੰਪੋਰਟੈਂਟ ਟੌਪਿਕ ਮੈਂਸ਼ਨ ਕੀਤਾ ਹੋਇਆ ਹੈ ਪੰਜਾਬੀ ਸਾਹਿਤ ਅਤੇ ਸੱਭਿਆਚਾਰ। ਸੋ ਜੇਕਰ ਤੁਸੀਂ ਫੋਰੈਸਟ ਗਾਰਡ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੁਹਾਨੂੰ ਵੀ ਪਤਾ ਹੈ ਕਿ ਤੁਹਾਡਾ ਪੇਪਰ ਨਵੰਬਰ ਦੇ ਵਿੱਚ ਕੰਡਕਟ ਹੋਣ ਜਾ ਰਿਹਾ ਹੈ ਤੇ ਤੁਹਾਡੇ ਕੋਲੇ 10 ਤੋਂ 12 ਦਿਨ ਹੀ ਆ ਪੜ੍ਹਨ ਦੇ ਲਈ ਤੇ ਜਿੰਨਾ ਹੋ ਸਕੇ ਆਪਣੀ ਵੱਧ ਤੋਂ ਵੱਧ ਰਿਵੀਜ਼ਨ ਕਰੋ, ਵੱਧ ਤੋਂ ਵੱਧ ਮੌਕ ਟੈਸਟ ਦਿਓ। ਮੈਂ ਨਹੀਂ ਕਹਿ ਰਹੀ ਕਿ ਮੇਰੇ ਚੈਨਲ ਤੋਂ ਹੀ ਦਿਓ, ਜਿੱਥੋਂ ਵੀ ਤੁਸੀਂ ਤਿਆਰੀ ਕਰ ਰਹੇ ਹੋ ਤੁਹਾਡੇ ਕੋਲ ਬਹੁਤ ਘੱਟ ਸਮਾਂ ਹੈ ਤਾਂ ਆਪਣੀ ਰਿਵੀਜ਼ਨ ਸਟਾਰਟ ਕਰ ਦਿਓ। ਨਾਲ ਦੀ ਨਾਲ ਮੌਕ ਟੈਸਟ ਨੂੰ ਅਟੈਂਪਟ ਕਰੋ। ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਅਸੀਂ ਬਹੁਤ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਤੁਹਾਨੂੰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਮੌਕ ਟੈਸਟ ਕਰਨ ਜਾ ਰਹੇ ਹਾਂ ਜਿਹੜਾ ਕਿ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ। ਠੀਕ ਹੈ ਜੀ, ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਸਟੂਡੈਂਟ ਪੁਆਇੰਟ ਆਫ ਵਿਊ ਤੋਂ ਇਹ ਟੌਪਿਕ ਤੁਹਾਡੇ ਲਈ ਹਰੇਕ ਜੌਬ ਦੇ ਲਈ ਕਾਮਨ ਆ। ਠੀਕ ਹੈ ਜੀ, ਤਾਂ ਇਸ ਨੂੰ ਜ਼ਰੂਰ ਟੈਸਟ ਦੇਣਾ ਇਸ ਦਾ ਤੇ ਹਰ ਇੱਕ ਕੁਐਸਚਨ ਨੂੰ ਮੇਰੇ ਨਾਲ ਮੈਚ ਕਰਦੇ ਜਾਣਾ। ਨਾਲ ਤੁਹਾਨੂੰ ਸੋਚਣ ਦੇ ਲਈ ਮੈਂ 3 ਸੈਕਿੰਡ ਦਵਾਂਗੀ। 3 ਸੈਕਿੰਡ ਦੇ ਵਿੱਚ ਤੁਸੀਂ ਸੋਚ ਕੇ ਆਪਣਾ ਕਾਪੀ ਪੈਨ ਤੇ ਵੀ ਲਿਖ ਸਕਦੇ ਹੋ ਰਾਈਟ ਆਪਸ਼ਨ ਜਾਂ ਫਿਰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਜੇਕਰ ਕਾਪੀ ਪੈਨ ਨਹੀਂ ਉਸ ਤੋਂ ਬਾਅਦ ਮੇਰੇ ਨਾਲ ਮੈਚ ਕਰਦੇ ਜਾਣਾ। ਇਸ ਮੌਕ ਟੈਸਟ ਨੂੰ ਦੇਣ ਨਾਲ ਤੁਹਾਨੂੰ ਕੀ ਫਾਇਦਾ ਹੋਵੇਗਾ? ਹਰੇਕ ਮੌਕ ਟੈਸਟ ਨੂੰ ਦੇਣ ਦੇ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਨੇ। ਮੌਕ ਟੈਸਟ ਦੇਣ ਦੇ ਨਾਲ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਕਿ ਜੇਕਰ ਤੁਸੀਂ ਕੋਈ ਇੱਥੇ ਗਲਤੀ ਕੀਤੀ ਹੈ ਤਾਂ ਉਹ ਪੇਪਰ ਦੇ ਵਿੱਚ ਨਹੀਂ ਕਰੋਗੇ ਕਿ ਅਸੀਂ ਉੱਥੇ ਗਲਤ ਕੀਤਾ ਸੀਗਾ। ਤੁਹਾਨੂੰ ਇਹ ਹਮੇਸ਼ਾ ਯਾਦ ਰਹਿੰਦੀਆਂ ਇੱਦਾਂ ਦੀਆਂ ਗਲਤੀਆਂ। ਠੀਕ ਹੈ, ਤਾਂ ਇਸ ਕਰਕੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ। ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦਾ ਇਹ ਮੌਕ ਟੈਸਟ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਕੁਐਸਚਨ ਨੰਬਰ 1, ਪੰਜਾਬੀ ਸਾਹਿਤ ਦਾ ਵਰਡਸਵਰਥ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ, ਪੰਜਾਬੀ ਸਾਹਿਤ ਦਾ ਵਰਡਸਵਰਥ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਹ ਕਿਹਾ ਜਾਂਦਾ ਹੈ ਜੀ ਭਾਈ ਵੀਰ ਸਿੰਘ ਨੂੰ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਭਾਈ ਵੀਰ ਸਿੰਘ ਦੀਆਂ ਇੰਪੋਰਟੈਂਟ ਰਚਨਾਵਾਂ ਨੇ ਰਾਣਾ ਸੂਰਤ ਸਿੰਘ, ਸੁੰਦਰੀ, ਸਤਵੰਤ ਕੌਰ, ਬਾਬਾ ਨੋਦ ਸਿੰਘ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ। ਇੱਕ ਕਵਿਤਾ ਸੰਗ੍ਰਹਿ ਆ ਮਟਕ ਹੁਲਾਰੇ। ਠੀਕ ਹੈ, ਤੇ ਮੇਰੇ ਸਾਈਆਂ ਜੀਓ। ਮੇਰੇ ਸਾਈਆਂ ਜੀਓ ਦੇ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ। ਨੈਕਸਟ ਕੁਐਸਚਨ, ਪੰਜਾਬੀ ਭਾਸ਼ਾ ਦਾ ਮੁੱਢਲਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ, ਪੰਜਾਬੀ ਭਾਸ਼ਾ ਦਾ ਮੁੱਢਲਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਬਾਬਾ ਫਰੀਦ ਜੀ ਨੂੰ। ਬਾਬਾ ਫਰੀਦ ਜੀ ਨੂੰ ਪੰਜਾਬੀ ਭਾਸ਼ਾ ਦਾ ਮੁੱਢਲਾ ਕਵੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਸ ਤੋਂ ਇਲਾਵਾ ਬਾਬਾ ਫਰੀਦ ਜੀ ਨੂੰ ਪੰਜਾਬੀ ਸਾਹਿਤ ਦੇ ਪਹਿਲੇ ਕਵੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਤੇ ਪਹਿਲਾ ਸੂਫੀ ਕਵੀ ਕਿਸ ਨੂੰ ਮੰਨਿਆ ਜਾਂਦਾ ਹੈ? ਉਹ ਵੀ ਬਾਬਾ ਫਰੀਦ ਜੀ ਨੂੰ ਹੀ ਮੰਨਿਆ ਜਾਂਦਾ ਹੈ। ਇਹ ਤੁਹਾਨੂੰ ਪਤਾ ਹੋਣੇ ਚਾਹੀਦੇ ਆ, ਇੰਪੋਰਟੈਂਟ ਆ ਤੁਹਾਡੇ ਲਈ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਪੰਜਾਬੀ ਦਾ ਪਹਿਲਾ ਸਟੇਜੀ ਨਾਟਕਕਾਰ ਕੌਣ ਹੈ? ਹਾਂਜੀ, ਪੰਜਾਬੀ ਦਾ ਪਹਿਲਾ ਸਟੇਜੀ ਨਾਟਕਕਾਰ ਕੌਣ ਹੈ? ਡਾਕਟਰ ਹਰਚਰਨ ਸਿੰਘ। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਇਹ ਸਟੇਜੀ ਨਾਟਕਕਾਰ ਆ ਪੰਜਾਬੀ ਦੇ ਪਹਿਲੇ ਕੌਣ? ਡਾਕਟਰ ਹਰਚਰਨ ਸਿੰਘ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਪੰਜਾਬੀ ਸਾਹਿਤ ਖੋਜ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ, ਪੰਜਾਬੀ ਸਾਹਿਤ ਖੋਜ ਦਾ ਮੋਢੀ ਕਿਹਾ ਜਾਂਦਾ ਹੈ ਬਾਵਾ ਬੁੱਧ ਸਿੰਘ ਨੂੰ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਪੰਜਾਬੀ ਕੋਸ਼ ਦਾ ਮੋਢੀ ਕੋਸ਼ਕਾਰ ਕਿਸ ਨੂੰ ਮੰਨਿਆ ਗਿਆ ਹੈ? ਹਾਂਜੀ, ਪੰਜਾਬੀ ਕੋਸ਼ ਦਾ ਮੋਢੀ ਕੋਸ਼ਕਾਰ ਮੰਨਿਆ ਗਿਆ ਹੈ, ਕਿਸ ਨੂੰ ਮੰਨਿਆ ਗਿਆ ਹੈ? ਵਿਸ਼ਨ ਦਾਸ ਨੂੰ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਨੈਕਸਟ, ਸੱਸੀ ਪੁੰਨੂ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ? ਹਾਂਜੀ, ਸੱਸੀ ਪੁੰਨੂ ਦਾ ਸਭ ਤੋਂ ਪ੍ਰਸਿੱਧ ਕਿੱਸਾ ਵਾ ਜਿਹੜਾ ਇਹ ਕਿਹਨਾਂ ਨੇ ਲਿਖਿਆ ਹੈ? ਤਾਂ ਇਹ ਲਿਖਿਆ ਹੈ ਜੀ ਹਾਸਿਮ ਨੇ। ਆਪਸ਼ਨ ਨੰਬਰ D ਇਜ਼ ਦਾ ਰਾਈਟ ਆਨਸਰ। ਹਾਸਿਮ ਨੇ ਲਿਖਿਆ ਹੈ ਸੱਸੀ ਪੁੰਨੂ ਦਾ ਸਭ ਤੋਂ ਪ੍ਰਸਿੱਧ ਕਿੱਸਾ। ਅਗਲਾ ਪ੍ਰਸ਼ਨ ਆ ਜੀ, ਪੂਰਨ ਭਗਤ ਦਾ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ? ਹਾਂਜੀ, ਪੂਰਨ ਭਗਤ ਦਾ ਸਭ ਤੋਂ ਪ੍ਰਸਿੱਧ ਕਿੱਸਾ ਲਿਖਿਆ ਹੈ ਕਾਦਰਯਾਰ ਨੇ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਨੈਕਸਟ, ਮਿਰਜ਼ਾ ਸਾਹਿਬਾ ਦੇ ਸਭ ਤੋਂ ਪ੍ਰਸਿੱਧ ਕਿੱਸੇ ਦੀ ਰਚਨਾ ਕਿਸ ਨੇ ਕੀਤੀ? ਮਿਰਜ਼ਾ ਸਾਹਿਬਾ ਦੇ ਸਭ ਤੋਂ ਪ੍ਰਸਿੱਧ ਕਿੱਸੇ ਦੀ ਰਚਨਾ ਕੀਤੀ ਆ ਪਿੱਲੂ ਨੇ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਕਿਸ ਨੇ ਕੀਤੀ ਆ? ਪਿੱਲੂ ਨੇ ਕੀਤੀ ਆ ਮਿਰਜ਼ਾ ਸਾਹਿਬਾ ਦੇ ਸਭ ਤੋਂ ਪ੍ਰਸਿੱਧ ਕਿੱਸੇ ਦੀ ਰਚਨਾ। ਅਗਲਾ ਪ੍ਰਸ਼ਨ ਆ ਜੀ, ਪਹਿਲਾ ਪੰਜਾਬੀ ਸੂਫੀ ਕਵੀ ਹੋਣ ਦਾ ਮਾਣ ਕਿਸ ਨੂੰ ਪ੍ਰਾਪਤ ਹੋਇਆ? ਹਾਂਜੀ, ਪਹਿਲਾ ਪੰਜਾਬੀ ਸੂਫੀ ਕਵੀ ਹੋਣ ਦਾ ਮਾਣ ਕਿਸ ਨੂੰ ਪ੍ਰਾਪਤ ਹੋਇਆ? ਬਾਬਾ ਫਰੀਦ ਜੀ ਨੂੰ।
ऑप्शन नंबर ए इज़ द राइट आंसर। अगला प्रश्न है जी, पंजाबी भाषा का पहला अखबार किहड़ा है? हाँ जी, पंजाबी भाषा का पहला अखबार आ पंजाब गजटियर। ऑप्शन नंबर सी इज़ द राइट आंसर। अगला प्रश्न, पंजाबी ਸਾਹਿਤ ਦਾ ਬਾਬਾ ਬੋਹੜ ਕਿਸ ਨੂੰ ਕਿਹਾ ਜਾਂਦਾ ਹੈ? हाँ जी, पंजाबी ਸਾਹਿਤ ਦਾ ਬਾਬਾ ਬੋਹੜ ਕਿਸ ਨੂੰ ਕਿਹਾ ਜਾਂਦਾ ਹੈ? ਭਾਈ ਵੀਰ ਸਿੰਘ ਨੂੰ। ऑप्शन नंबर बी इज़ द राइट आंसर। नैक्सट क्वेश्चन, पंजाबी संगीत नाटक कला अकैडमी कित्थे स्थित है? हाँ जी, पंजाबी संगीत नाटक कला अकैडमी चंडीगढ़ दे विच स्थित आ। ऑप्शन नंबर बी इज़ द राइट आंसर। नैक्सट क्वेश्चन, तूतां वाला खूह किस दी रचना है? वेरी वेरी इंपॉर्टेंट। हाँ जी, तूतां वाला खूह किस दी रचना है? तो यह हैगी है जी सोहन सिंह सीतल की रचना। ऑप्शन नंबर ए इज़ द राइट आंसर, सोहन सिंह सीतल। नैक्सट, आटे दियाँ चिड़ियाँ किस दी रचना है? हाँ जी, आटे दियाँ चिड़ियाँ शिव कुमार बटालवी की रचना है। ऑप्शन नंबर सी इज़ द राइट आंसर। किन्ना दी रचना है? शिव कुमार बटालवी दी। ते शिव कुमार बटालवी दी इस तो इलावा इंपॉर्टेंट रचना है लूना, तो इस दे लई इन्हां नूं ਸਾਹਿਤ ਅਕਾਦਮੀ पुरस्कार मिल चुकिया वा लूना दे लई। ठीक है, एक आ पीरां दा परागा, आटे दियां चिड़ियां, मैं ते मैं, चुप दी आवाज़, आरती, लाजवंती, ये भी शिव कुमार बटालवी दियां ही रचना ने। अगला प्रश्न, हीर रांझे का सब तो प्रसिद्ध किस्सा किसने लिखिया? हाँ जी, हीर रांझे का सब तो प्रसिद्ध किस्सा वा जिहड़ा ये किन्ना दा मन्निया जांदा है? दमोदर दा। ऑप्शन नंबर ए इज़ द राइट आंसर। देखो, हीर रांझे का किस्सा वा जिहड़ा दमोदर ते वारिस शाह ने लिखिया सी, पर दमोदर दा फेमस मन्निया जांदा है। अगला प्रश्न है जी, सावे पत्तर ਸਾਹਿਤ ਦਾ ਕਿਹੜਾ रूप है? सावे पत्तर ਸਾਹਿਤ ਦਾ ਕਿਹੜਾ रूप आ? कविता रूप आ। ऑप्शन नंबर सी इज़ द राइट आंसर। अगला प्रश्न, अनविआही माँ किस दी रचना है? हाँ जी, अनविआही माँ किस दी रचना है? गुरबख्श सिंह दी। ऑप्शन नंबर ए इज़ द राइट आंसर। नैक्सट क्वेश्चन, लोहा कूट किस दी रचना? लोहा कूट किस दी रचना है? हाँ जी, लोहा कूट किस दी रचना है? बलवंत गार्गी दी रचना है। ठीक है जी, किन्ना दी आ? बलवंत गार्गी दी। ते इस तो इलावा तुसीं देखो, जेकर असीं गल करिए लोहा कूट बलवंत गार्गी दी आ, तो बलवंत गार्गी दी एक इंपॉर्टेंट रचना है रंगमंच। इस दे लई इन्हां नूं ਸਾਹਿਤ अकादमी पुरस्कार मिल चुकिया है। ठीक है, तो एक इन्हां ने लिखी है अपनी आत्मकथा। आत्मकथा वा जिहड़ी ओह लिखी है दी नैक्ड ट्रायंगल। ठीक है, इस तो इलावा इंपॉर्टेंट रचनावां ने धुनी दी अग, सुल्तान रजिया। अगला प्रश्न है जी, एक दिल विकाऊ है ਸਾਹਿਤ ਦਾ ਕਿਹੜਾ रूप है? हाँ जी, एक दिल विकाऊ है ये ਸਾਹਿਤ ਦਾ नावल रूप आ। ऑप्शन नंबर डी इज़ द राइट आंसर। नैक्सट क्वेश्चन, चिट्टा लहू किस दी रचना है? वेरी इंपॉर्टेंट। चिट्टा लहू किस दी रचना है? नानक सिंह दी रचना है। ऑप्शन नंबर बी इज़ द राइट आंसर। वेरी वेरी इंपॉर्टेंट, तुहानूं पता होना चाहिए है क्योंकि बहुत इंपॉर्टेंट है। नानक सिंह दी रचनाएं, नानक सिंह दी दो ही रचनावां इंपॉर्टेंट ने, एक पवित्र पापी ते दूसरा चिट्टा लहू। हाँ जी, अगला प्रश्न, मटक हुलारे ਸਾਹਿਤ ਦਾ ਕਿਹੜਾ रूप है? हाँ जी, मटक हुलारे मैं तुहानूं ऑलरेडी दस चुकी हाँ कि भाई वीर सिंह दी यह रचना वा मटक हुलारे। ठीक है, तो यह ਸਾਹਿਤ ਦਾ ਕਿਹੜਾ रूप आ? कविता संग्रह। ऑप्शन नंबर बी इज़ द राइट आंसर। नैक्सट क्वेश्चन, रसीदी टिकट किस दी रचना है? हाँ जी, रसीदी टिकट किस दी रचना है? अमृता प्रीतम दी। ऑप्शन नंबर सी इज़ द राइट आंसर। इस तो इलावा रसीदी टिकट है जिहड़ी ये अमृता प्रीतम की रचना है, पर यह है की आ? रसीदी टिकट एक आत्मकथा वा। ठीक है, तो इस तो इलावा अमृता प्रीतम दी इंपॉर्टेंट रचनावां ने पिंजर, जिस ते एक पंजाबी फिल्म भी बनी है। ठीक है, इस तो इलावा उन्हां दी इंपॉर्टेंट रचनावां ने कागज़ ते कैनवस। कागज़ ते कैनवस अमृता प्रीतम की इंपॉर्टेंट रचना है, जिस दे लई इन्हां नूं भारती ज्ञानपीठ पुरस्कार मिलिया। इस तो इलावा एक अजाखा वारिस शाह नूं, ये भी अमृता प्रीतम की इंपॉर्टेंट रचना है। तो एक इंपॉर्टेंट रचना है सुनेहे, इस दे लई इन्हां नूं ਸਾਹਿਤ अकादमी पुरस्कार मिलिया। अगला प्रश्न, रसीदी टिकट ਸਾਹਿਤ ਦਾ ਕਿਹੜਾ रूप है? मैं तुहानूं ऑलरेडी दस चुकी हाँ, एक आत्मकथा है, यानी कि इस दा राइट आंसर बनेगा ऑप्शन नंबर बी स्वै जीवनी। अगला प्रश्न असीं करते हैं जी, प्रीत लड़ी का मुढ़ला संपादक कौन सी? हाँ जी, प्रीत लड़ी के मुढ़ले संपादक कौन सी? गुरबख्श सिंह प्रीत लड़ी। ऑप्शन नंबर बी इज़ द राइट आंसर। इन्हां दे नाम दे मगर भी प्रीत लड़ी लगता, गुरबख्श सिंह प्रीत लड़ी, इस करके हुण प्रीत लड़ी का मुढ़ला संपादक कौन सी? प्रीत लड़ी का
गुरबख्श सिंह, इथों याद रख लेना। ऑप्शन नंबर बी इज़ द राइट आंसर, गुरबख्श सिंह। ठीक है जी। जेकर इन्हां दियां इंपॉर्टेंट रचनावां की असीं गल करिए गुरबख्श सिंह दियां, तो हाँ जी वो असीं अगे मैंशन कीतियां होईयां ने, उदों नाल ही गल कर लवांगे। हुण टाइम नहीं खराब करना, असीं अगे गल करते हैं। पत्तन दी बेड़ी ਸਾਹਿਤ ਦਾ ਕਿਹੜਾ रूप है? पत्तन दी बेड़ी ਸਾਹਿਤ ਦਾ ਕਿਹੜਾ रूप है? तो इसका राइट आंसर है जी ऑप्शन नंबर डी, इकांगी रूप आ। अगला प्रश्न है जी, लूना किस दी रचना है? मैं तुहानूं ऑलरेडी दस चुकी सी लूना किन्हां दी रचना है, शिव कुमार बटालवी दी रचना है लूना, तो इस दे लई इन्हां नूं ਸਾਹਿਤ अकादमी पुरस्कार भी मिलिया। ऑप्शन नंबर सी इज़ द राइट आंसर। हाँ जी अगला प्रश्न, मड़ी दा दीवा किस दी रचना है? हाँ जी मड़ी दा दीवा किस दी रचना है? गुरदयाल सिंह दी। ऑप्शन नंबर बी इज़ द राइट आंसर। इस तो इलावा गुरदयाल सिंह दी इंपॉर्टेंट रचना है अध चाननी रात, इस दे लई इन्हां नूं ਸਾਹਿਤ अकादमी पुरस्कार मिलिया सी अध चाननी रात दे लई। इस तो इलावा अन्ने घोड़े दा दान, भागां वाले, ये सारे मतलब ये भी इन्हां दियां ही रचनावां ने। अगला प्रश्न, वार्तक शब्द किहड़ी भाषा तो लिया गया है? हाँ जी वार्तक शब्द किहड़ी भाषा तो लिया गया है? लातीनी तो लिया गया है। ऑप्शन नंबर सी इज़ द राइट आंसर। नैक्सट क्वेश्चन, पौ फुटाला ਸਾਹਿਤ ਦਾ ਕਿਹੜਾ रूप है? हाँ जी पौ फुटाला ये ਸਾਹਿਤ ਦਾ ਕਿਹੜਾ रूप है? ਤੁਹਾਨੂੰ ਸਭ ਨੂੰ ਹੀ ਪਤਾ ਹੋਵੇਗਾ, 10th ਕਲਾਸ ਦੇ ਵਿੱਚ ਕੀਤਾ ਵੀ ਅਸੀਂ ਇਹ ਸਾਹਿਤ ਦਾ ਕਵਿਤਾ ਰੂਪ ਆ ਜਾਂ ਨਾਵਲ ਰੂਪ ਆ, ਇਹ ਤੁਸੀਂ ਦੱਸੋਗੇ। अगला प्रश्न ਅਸੀਂ ਕਰਦੇ ਹਾਂ, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਇਸ ਦਾ ਆਨਸਰ ਪੌ ਫੁਟਾਲਾ ਸਾਹਿਤ ਦਾ ਕਿਹੜਾ ਰੂਪ ਹੈ। ਨੈਕਸਟ, ਰਾਣਾ ਸੂਰਤ ਸਿੰਘ ਕਿਸ ਦੀ ਰਚਨਾ ਹੈ? ਹਾਂਜੀ ਰਾਣਾ ਸੂਰਤ ਸਿੰਘ ਕਿਸ ਦੀ ਰਚਨਾ ਹੈ? ਤਾਂ ਇਹ ਰਚਨਾ ਹੈ ਭਾਈ ਵੀਰ ਸਿੰਘ ਦੀ। ऑप्शन नंबर बी इज़ द राइट आंसर। नैक्सट क्वेश्चन, पवित्र पापी किस दी रचना है? मैं ऑलरेडी दस चुकी सी कि नानक सिंह दीयां दो रचनावां इंपॉर्टेंट ने, किहड़ियां किहड़ियां? चिट्टा लहू अते पवित्र पापी। ऑप्शन नंबर डी इज़ द राइट आंसर। नैक्सट क्वेश्चन, अन्ने घोड़े दा दान दा लेखक कौन है? हाँ जी अन्ने घोड़े दे दान दा लेखक कौन आ? गुरदयाल सिंह। ऑप्शन नंबर सी इज़ द राइट आंसर। हाँ जी ये भी आप ऑलरेडी गल कर चुके सी, अन्ने घोड़े दा दान गुरदयाल सिंह दी रचना है। अगला प्रश्न, चिट्टा लहू ਸਾਹਿਤ ਦਾ ਕਿਹੜਾ रूप है? हाँ जी चिट्टा लहू ਸਾਹਿਤ ਦਾ नावल रूप आ। ऑप्शन नंबर सी इज़ द राइट आंसर। अगला प्रश्न है जी, यून दी लाश का लेखक कौन है? हाँ जी यून दी लाश के लेखक कौन ने? कपूर सिंह घुम्मन। ऑप्शन नंबर डी इज़ द राइट आंसर। कपूर सिंह किहदे लेखक आ? यून दी लाश दे। ठीक है तुहानूं पता होना चाहिए, इंपॉर्टेंट भी आ, क्योंकि जे किसी ने अलग जा क्वेश्चन पाउणा होवे तां इसदी इन्हां दा ही पाउणगे। अगला वा, दुध दा छप्पड़ किस दी रचना है? हाँ जी दुध दा छप्पड़ किस दी रचना है? कुलवंत सिंह विरक दी। किस दी आ? कुलवंत सिंह विरक दी। ऑप्शन नंबर बी इज़ द राइट आंसर। ठीक है कुलवंत सिंह विरक। हाँ जी अगला प्रश्न असीं करदे हां, मिद्धे होए फुੱਲ की है? हाँ जी मिद्धे होए फुੱਲ की आ? ਤਾਂ ਮਿੱਧੇ ਹੋਏ ਫੁੱਲ ਆ ਜੀ ਕਹਾਣੀ ਸੰਗ੍ਰਹਿ। ऑप्शन नंबर ए इज़ द राइट आंसर। अगला प्रश्न, सही जोड़े मिलाओ। हाँ जी सही जोड़े मिलाउण दे लई देखो सब ਤੁਹਾਨੂੰ ਦੱਸਣਾ ਵਾ ਕਿ ਕਿਹੜੇ ਲੇਖਕ ਦਾ ਸੰਬੰਧ ਕਿਹੜੀ ਪੁਸਤਕ ਦੇ ਨਾਲ ਆ। ਪੁਸਤਕ ਦੇ ਨਾਮ ਲਿਖੇ ਹੋਏ ਆ ਤੇ ਲੇਖਕਾਂ ਦੇ ਨਾਮ ਲਿਖੇ ਹੋਏ ਆ। ਜਿਸ ਤਰ੍ਹਾਂ ਅਸੀਂ ਗੱਲ ਕਰੀਏ ਸੁਨਹਿਰੀ ਜ਼ਿਲਦ ਦੀ, ਤਾਂ ਇਹ ਕਿਹਨਾਂ ਦੀ ਰਚਨਾ ਹੈ? ਇਹ ਹੈਗੀ ਆ ਜੀ ਨਾਨਕ ਸਿੰਘ ਦੀ ਰਚਨਾ। ਠੀਕ ਹੈ, ਹਿੰਦ ਦੀ ਚਾਦਰ ਇਹ ਡਾਕਟਰ ਹਰਚਰਨ ਸਿੰਘ ਦੀ ਬੁੱਕ ਆ। ਕੰਬ ਦੀ ਕਲਾਈ ਇਹ ਭਾਈ ਵੀਰ ਸਿੰਘ ਦੀ ਬੁੱਕ ਆ। ਇਸ ਤੋਂ ਇਲਾਵਾ ਕੁਸੁੰਬੜਾ ਵੈਰੀ ਇੰਪੋਰਟੈਂਟ ਇਹ ਮੋਹਨ ਸਿੰਘ ਦੀ ਬੁੱਕ ਆ। ਤਾਂ ਆਪਸ਼ਨ ਨੰਬਰ ਇਹਦੇ ਵਿੱਚ ਬੀ ਰਾਈਟ ਬਣ ਰਿਹਾ ਤੁਹਾਡਾ। ਅਗਲਾ ਪ੍ਰਸ਼ਨ ਆ ਜੀ, ਅੱਗੇ ਰਚਨਾ ਦਾ ਨਾਮ ਦਿੱਤਾ, ਸਾਹਿਤ ਦਾ ਨਾਮ ਦਿੱਤਾ ਵਾ ਧੂਣੀ ਦੀ ਅੱਗ। ਵੀ ਇਹ ਸਾਹਿਤ ਦਾ ਕਿਹੜਾ ਰੂਪ ਆ? ਹਾਂਜੀ ਇਹ ਬਿਲਕੁਲ ਸਾਹਮਣੇ ਹੀ ਪਿਆ ਵਾ, ਧੂਣੀ ਦੀ ਅੱਗ ਇੱਕ ਨਾਟਕ ਆ, ਖੁੱਲੇ ਲੇਖ ਇੱਕ ਨਿਬੰਧ ਆ, ਕੱਟੀ ਪਤੰਗ ਈੜੀ ਨਾਵਲ ਆ। ਠੀਕ ਹੈ, ਇਸ ਤੋਂ ਇਲਾਵਾ ਮਟਕ ਹੁਲਾਰੇ ਇੱਕ ਕਵਿਤਾ ਵਾ। हाँ जी तो इसका राइट आंसर किहड़ा बन रहा वा? सामने वाली ऑप्शन सही सीगियां, ऑप्शन नंबर ए। अगला प्रश्न है जी, कागज़ ते कैनवस किस दी रचना है? मैं ऑलरेडी तुहानूं दस चुकी हाँ कि कागज़ ते कैनवस अमृता प्रीतम की रचना है। इस रचना के लिए अमृता प्रीतम नूं भारतीय ज्ञानपीठ पुरस्कार भी मिलिया। ठीक है, ऑप्शन नंबर डी इज़ द राइट आंसर। अगला प्रश्न करते हैं जी असी, मेरा पाकिस्तानी सफ़रनामा किस लेखक की रचना है? हाँ जी मेरा पाकिस्तानी सफ़रनामा किहड़े लेखक की रचना है? ये रचनावां जी तुहानूं ऑलरेडी पता होवेगा, जल्दी नाल कमेंट बॉक्स दे विच लिखो। बलराज साहनी दी, किन्ना दी आ? बलराज साहनी दी। ऑप्शन नंबर ए इज़ द राइट आंसर।
मेरा पाकिस्तानी सफ़रनामा बलराज साहनी की रचना है। इस तो इलावा इन्हों की एक आत्म कथा है, मेरी फिल्मी आत्म कथा, ठीक है। तो मेरा पाकिस्तानी सफ़रनामा इन्हों की इंपॉर्टेंट रचनावां, मेरा रूसी सफ़रनामा भी इन्हों की इंपॉर्टेंट रचनावां, ठीक है जी। इस गल का तुहानूं पता होना चाहिए। अगला प्रश्न असीं करते हैं, पंजाबी भाषा विच खुली कविता का मोढी कौन आ? हाँ जी, पंजाबी भाषा दे विच खुली कविता के मोढी किन्हां नूं मन्निया जांदा है? प्रोफैसर पूरण सिंह नूं मन्निया जांदा है। ऑप्शन नंबर सी इज़ द राइट आंसर। खुले मैदान, खुले घुंड, खुले लेख अते खुले आसमानी रंग, ये भी इन्हां दी इंपॉर्टेंट रचनावां ने। तो खुली कविता का मोढी कौन होया? प्रोफैसर पूर्ण सिंह। अगला, रसीदी टिकट किस लेखक की स्वै जीवनी आ? असीं ऑलरेडी गल कर चुके सी कि रसीदी टिकट एक आत्म कथा वा, स्वै जीवनी आ किन्ना दी आ? अमृता प्रीतम दी। ऑप्शन नंबर बी इज़ द राइट आंसर। अगला प्रश्न, पिंजर किस लेखक की रचना है? हाँ जी, पिंजर किहड़े लेखक की रचना है? अमृता प्रीतम दी। इस ते पंजाबी फिल्म भी बनी आ। ऑप्शन नंबर डी इज़ द राइट आंसर। अगला प्रश्न, हवा विच लिखे हरफ किस दी रचना है? हाँ जी, हवा विच लिखे हरफ किस दी रचना है? सुरजीत पात्र दी। ऑप्शन नंबर डी इज़ द राइट आंसर। सुरजीत पात्र की जे गल करिए, इन्हां दी इंपॉर्टेंट रचनावां किहड़ियां ने? ਜਿਹੜੇ भी स्टूडेंट्स नूं पता ਪਹਿਲਾਂ ਤੁਸੀਂ कमेंट बॉक्स ਦੇ ਵਿੱਚ ਲਿਖੋਗੇ। ਸਭ ਤੋਂ ਪਹਿਲਾਂ ਤਾਂ ਉਸ ਰਚਨਾ ਦੀ ਗੱਲ ਕਰ ਲੈਂਦੇ ਹਾਂ ਜਿਸ ਦੇ ਲਈ ਇਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਇਹ ਮਿਲਿਆ ਵਾ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਦੇ ਲਈ। ਫਿਰ ਅੱਗੇ ਇਹਨਾਂ ਦੀਆਂ ਇੰਪੋਰਟੈਂਟ ਰਚਨਾਵਾਂ ਨੇ ਲਫ਼ਜ਼ਾਂ ਦੀ ਦਰਗਾਹ, ਇਸ ਦੇ ਲਈ ਇਹਨਾਂ ਨੂੰ ਸਰਸਵਤੀ ਸਨਮਾਨ ਮਿਲਿਆ। ਫਿਰ ਅੱਗੇ ਪਤਝੜ ਦੀ ਪੰਜੇਬ ਅਤੇ ਸੁਰਜਾਮੀਨ ਤੇ ਹਵਾ ਵਿੱਚ ਲਿਖੇ ਹਰਫ, ਇਹ ਇਹਨਾਂ ਦੀਆਂ ਇੰਪੋਰਟੈਂਟ ਰਚਨਾਵਾਂ ਨੇ। ਅਗਲਾ ਪ੍ਰਸ਼ਨ, ਕੱਟੀ ਪਤੰਗ ਸਾਹਿਤ ਦਾ ਕਿਹੜਾ ਰੂਪ ਹੈ? ਹਾਂਜੀ, ਕੱਟੀ ਪਤੰਗ ਸਾਹਿਤ ਦਾ ਨਾਵਲ ਰੂਪ ਆ। ऑप्शन नंबर सी इज़ द राइट आंसर। अगला प्रश्न, अध खिड़िया फुੱਲ ਦਾ लेखक कौन है? अध खिड़िया फुੱਲ ਦੇ लेखक आ जी, हाँ जी, कौन ने? इस दे लेखक आ सरदार नानक सिंह। ऑप्शन नंबर ए इज़ द राइट आंसर, नानक सिंह। ਅੱਗੇ ਅਸੀਂ ਗੱਲ ਕਰਦੇ ਹਾਂ ਕੱਟੀ ਪਤੰਗ ਦਾ ਲੇਖਕ ਕੌਣ ਆ? ਹਾਂਜੀ, ਕੱਟੀ ਪਤੰਗ ਜਿਸ ਦੀ ਅਸੀਂ ਉੱਪਰ ਗੱਲ ਕਰ ਚੁੱਕੇ ਹਾਂ, ਤਾਂ ਇਸ ਦੇ ਲੇਖਕ ਕੌਣ ਨੇ? ਨਾਨਕ ਸਿੰਘ। ऑप्शन नंबर डी इज़ द राइट आंसर। अगला प्रश्न आ जी, ਧੂਣੀ ਦੀ ਅੱਗ ਰਚਨਾ ਕਿਸ ਦੀ ਰਚਨਾ ਹੈ? ਹਾਂਜੀ, ਧੂਣੀ ਦੀ ਅੱਗ ਰਚਨਾਵਾਂ ਜਿਹੜੀ ਇਹ ਬਲਵੰਤ ਗਾਰਗੀ ਦੀ ਰਚਨਾ ਹੈ। ऑप्शन नंबर डी इज़ द राइट आंसर। अगला ना जी, ਧਨੀ ਰਾਮ ਚਾਤਰਿਕ ਕਿਹੜੀ ਭਾਸ਼ਾ ਦਾ ਲੇਖਕ ਆ? ਹਾਂਜੀ, ਵੈਰੀ ਇੰਪੋਰਟੈਂਟ। ਧਨੀ ਰਾਮ ਚਾਤਰਿਕ ਕਿਹੜੀ ਭਾਸ਼ਾ ਦੇ ਲੇਖਕ ਆ? ਤਾਂ ਇਹ ਲੇਖਕ ਆ ਜੀ ਪੰਜਾਬੀ ਦੇ। ऑप्शन नंबर बी इज़ द राइट आंसर। हुण असीं गल कीती है धनी राम चातरिक दी। इन्हां दी इंपॉर्टेंट रचनावां नूर जहाँ बादशाह बेगम, एक फुल्लां दी टोकरी। अगला प्रश्न, जंगनामा दा लेखक कौन है? हाँ जी, जंगनामा दे लेखक कौन आ? शाह मुहम्मद। ऑप्शन नंबर सी इज़ द राइट आंसर। अगला प्रश्न है जी, किस्सा राजा रसालू किस दी रचना है? हाँ जी, किस्सा राजा रसालू कादर यार दी रचना है। ऑप्शन नंबर डी इज़ द राइट आंसर। अगला प्रश्न, दामोदर की रचना हीर का किस्सा किहड़ी भाषा विच लिखी गई आ? हाँ जी, दामोदर की रचना वा जिहड़ी हीर का किस्सा यह लहंदी भाषा दे विच लिखी गई आ। ऑप्शन नंबर ए इज़ द राइट आंसर। अगला प्रश्न, माला मनके का लेखक कौन है? हाँ जी, माला मनके का लेखक कौन आ? ऑप्शन नंबर सी इज़ द राइट आंसर, डॉक्टर नरिंदर सिंह कपूर। डॉक्टर नरिंदर सिंह कपूर माला मनके दे लेखक आ। ठीक है जी। अगला प्रश्न असीं करते हैं, सीरी फरहाद किस दी रचना है? हाँ जी, सीरी फरहाद किस दी रचना है? हासिम शाह दी। ऑप्शन नंबर बी इज़ द राइट आंसर। नैक्सट क्वेश्चन असीं करते हैं जी, नादर यार दी वार दा लेखक कौन है? हाँ जी, नादर शाह दी वार दा लेखक कौन है? हाँ जी, नादर शाह दी वार दे लेखक कौन आ? तो इसके लेखक आ नज़ावत। ऑप्शन नंबर डी इज़ द राइट आंसर। अगला प्रश्न है जी, युग बदल गया नावल का नावलकार कौन है? हाँ जी, युग बदल गया नावल के नावलकार कौन आ? सोहन सिंह सीतल। कौन ने? सोहन सिंह सीतल। ऑप्शन नंबर बी इज़ द राइट आंसर। हाँ जी, अगला प्रश्न असीं करते हैं, वगदे पानी ਸਾਹਿਤ ਦਾ ਕਿਹੜਾ रूप है? हाँ जी, वगदे पानी ਸਾਹਿਤ ਦਾ कविता रूप आ। ऑप्शन नंबर डी इज़ द राइट आंसर। अगला प्रश्न, बर्फ दी अग नावल का नावलकार कौन है? हाँ जी, बर्फ दी अग इस नावल के
ਨਾਵਲਕਾਰ ਕੌਣ ਆ? ਤਾਂ ਇਸ ਦੇ ਨਾਵਲਕਾਰ ਆ ਜੀ ਜਸਵੰਤ ਸਿੰਘ ਕੰਵਲ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਬਗਦੇ ਪਾਣੀ ਦਾ ਕਵੀ ਕੌਣ ਹੈ? ਬਗਦੇ ਪਾਣੀ ਦਾ ਕਵੀ ਆ ਦੀਵਾਨ ਸਿੰਘ ਕਾਲੇ ਪਾਣੀ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਦੀਵਾਨ ਸਿੰਘ ਕਾਲੇ ਪਾਣੀ ਇੱਕ ਫੇਮਸ ਰਾਈਟਰ ਆ, ਬਹੁਤ ਸੁਣਿਆ ਹੋਵੇਗਾ ਤੁਸੀਂ ਜਦੋਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਸੀਗੇ ਇਹਨਾਂ ਦੀਆਂ ਰਚਨਾਵਾਂ। ਠੀਕ ਹੈ ਜੀ, ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਬਗਦੇ ਪਾਣੀ। ਅਗਲਾ ਪ੍ਰਸ਼ਨ, ਲਾਜਵੰਤੀ ਨਾਮਕ ਕਵਿਤਾ ਦਾ ਕਵੀ ਕੌਣ ਹੈ? ਹਾਂਜੀ, ਲਾਜਵੰਤੀ ਦੇ ਕਵੀ ਕੌਣ ਆ? ਸ਼ਿਵ ਕੁਮਾਰ ਬਟਾਲਵੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਪੰਜ ਪਾਣੀ ਦਾ ਰਚਨਾਕਾਰ ਕੌਣ ਹੈ? ਪੰਜ ਪਾਣੀ ਦਾ ਰਚਨਾਕਾਰ ਆ ਪ੍ਰੋਫੈਸਰ, ਹਾਂਜੀ ਪੰਜ ਪਾਣੀ ਦੇ ਰਚਨਾਕਾਰ ਕੌਣ ਆ? ਤੇ ਇਸ ਦੇ ਰਚਨਾਕਾਰ ਨੇ ਪ੍ਰੋਫੈਸਰ ਮੋਹਨ ਸਿੰਘ। ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮਿਰਜ਼ਾ ਸਾਹਿਬਾ ਦਾ ਸੰਬੰਧ ਕਿਹੜੇ ਪ੍ਰਾਂਤ ਨਾਲ ਸੀ? ਹਾਂਜੀ, ਇੱਥੇ ਬਾਈ ਮਿਸਟੇਕ ਆਪਸ਼ਨ ਸੀ ਟਾਈਪ ਨਹੀਂ ਹੋਈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਿਰਜ਼ਾ ਸਾਹਿਬਾ ਦਾ ਸੰਬੰਧ ਕਿਹੜੇ ਪ੍ਰਾਂਤ ਨਾਲ ਸੀਗਾ। ਮਿਰਜ਼ਾ ਸਾਹਿਬਾ ਦਾ ਤੇ ਇੱਕ ਜੇ ਹੋਰ ਗੱਲ ਕਰੀਏ ਅਸੀਂ ਹੀਰ ਰਾਂਝਾ। ਠੀਕ ਹੈ, ਤਾਂ ਇਹਨਾਂ ਦਾ ਸੰਬੰਧ ਕਿਹਦੇ ਨਾਲ ਸੀਗਾ? ਮੈਂ ਆਪਸ਼ਨ ਸੀ ਐਡ ਨਹੀਂ ਕੀਤੀ ਬਾਈ ਮਿਸਟੇਕ। ਤਾਂ ਇਸ ਦਾ ਰਾਈਟ ਆਨਸਰ ਹੈ ਜੰਗ। ਅਗਲਾ ਪ੍ਰਸ਼ਨ, ਸੋਹਣੀ ਮਹੀਵਾਲ ਦਾ ਕਿੱਸਾ ਲਿਖਣ ਵਾਲਾ ਪਹਿਲਾ ਰਚਨਾਕਾਰ ਕੌਣ ਸੀ? ਹਾਂਜੀ, ਸੋਹਣੀ ਮਹੀਵਾਲ ਦਾ ਕਿੱਸਾ ਲਿਖਣ ਵਾਲੇ ਪਹਿਲੇ ਰਚਨਾਕਾਰ ਹੋਏ ਸੀ ਫਜ਼ਲ ਸ਼ਾਹ। ਕੌਣ ਹੋਏ ਸੀ? ਫਜ਼ਲ ਸ਼ਾਹ। ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ ਜੀ, ਸੋਭਾ ਸਿੰਘ ਦਾ ਸੰਬੰਧ ਕਿਹੜੇ ਖੇਤਰ ਨਾਲ ਸੀ? ਹਾਂਜੀ, ਸੋਭਾ ਸਿੰਘ ਦਾ ਸੰਬੰਧ ਚਿੱਤਰਕਾਰੀ ਦੇ ਖੇਤਰ ਨਾਲ ਆ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਆ ਜੀ, ਸਾਹਿਬਜ਼ਾਦਾ ਇੱਜ਼ਤ ਬੇਗ ਕਿਸ ਪ੍ਰੇਮੀ ਦਾ ਨਾਂ ਸੀ? ਹਾਂਜੀ, ਸ਼ਹਿਜ਼ਾਦਾ ਇੱਜ਼ਤ ਬੇਗ ਇਹ ਕਿਸ ਪ੍ਰੇਮੀ ਦਾ ਨਾਮ ਸੀ? ਤਾਂ ਇਹ ਸੀਗਾ ਮਹੀਵਾਲ ਦਾ ਨਾਮ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਵੈਰੀ ਇੰਪੋਰਟੈਂਟ, ਤੁਹਾਨੂੰ ਪੁੱਛ ਸਕਦੇ ਆ ਧਿੰਦੋ ਕਿਸ ਦਾ ਨਾਮ ਸੀ? ਠੀਕ ਹੈ, ਸਾਹਿਬਜ਼ਾਦਾ ਇੱਜ਼ਤ ਬੇਗ ਕਿਸ ਦਾ ਨਾਮ ਸੀ? ਜਿਵੇਂ ਧਿੰਦੋ ਵਾਲਾ ਤਾਂ ਪਟਵਾਰੀ ਦੇ ਪੇਪਰ 'ਚ ਪੁੱਛ ਚੁੱਕੇ ਆ। ਅਗਲਾ, ਹੀਰ ਰਾਂਝਾ ਦੀ ਮਜ਼ਾਰ ਕਿੱਥੇ ਸਥਿਤ ਹੈ? ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਸੀ ਝੰਗ। ਇਹਨਾਂ ਦਾ ਸੰਬੰਧ ਝੰਗ ਨਾਲ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਸੋਹਣੀ ਮਹੀਵਾਲ ਦਾ ਸੰਬੰਧ ਕਿਹੜੇ ਦਰਿਆ ਨਾਲ ਸੀ? ਹਾਂਜੀ, ਸੋਹਣੀ ਮਹੀਵਾਲ ਦਾ ਸੰਬੰਧ ਕਿਹੜੇ ਦਰਿਆ ਨਾਲ ਸੀ? ਸਿੰਧ ਦਰਿਆ ਨਾਲ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਕੱਚੇ ਘੜੇ ਦੀ ਘਟਨਾ ਕਿਸ ਪ੍ਰੇਮੀ ਜੋੜੇ ਨਾਲ ਸੰਬੰਧਿਤ ਹੈ? ਹਾਂਜੀ, ਕੱਚੇ ਘੜੇ ਦੀ ਘਟਨਾ ਕਿਹੜੇ ਪ੍ਰੇਮੀ ਜੋੜੇ ਨਾਲ ਸੰਬੰਧਿਤ ਆ? ਸੋਹਣੀ ਮਹੀਵਾਲ ਨਾਲ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਹੈ ਜੀ, ਧਿੰਦੋ ਕਿਸ ਅਮਰ ਪ੍ਰੇਮੀ ਦਾ ਮੁੱਢਲਾ ਨਾਮ ਸੀ? ਰਾਂਝੇ ਦਾ ਨਾਮ ਸੀ ਧਿੰਦੋ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਹੀਰ ਰਾਂਝਾ ਕਿੱਸੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਆਉਂਦਾ? ਹਾਂਜੀ, ਹੀਰ ਰਾਂਝਾ ਕਿੱਸੇ ਦੇ ਵਿੱਚ ਚਨਾਬ ਦਾ ਜ਼ਿਕਰ ਆਉਂਦਾ। ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ। ਹਾਂਜੀ, ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।